ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਮੈਂ ਇੰਦਰਜੀਤ ਸਿੰਘ, ਤੁਸੀਂ ਦੇਖ ਰਹੇ ਹੋ ਟੂਰਿਸਟ ਇੰਡੀਆ ਇੰਸਟਾਗ੍ਰਾਮ ਫੇਸਬੁੱਕ ਤੇ YouTube ਚੈਨਲ। ਆਪਣੀ ਇਹ ਵੀਡੀਓ ਹੁੰਦੀ ਹੈ Q&A ਯਾਨੀ ਕਿ ਕੁਐਸਚਨ ਤੇ ਆਨਸਰ। ਤੁਸੀਂ ਕਮੈਂਟ ਦੇ ਰੂਪ ਵਿੱਚ ਮੈਨੂੰ ਸਵਾਲ ਕਰਦੇ ਹੋ ਔਰ ਮੈਂ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਇਸ ਵੀਡੀਓ 'ਚ ਦਿੰਦਾ ਹੁੰਦਾ। ਇਹ ਵੀਡੀਓ ਹਰ ਰੋਜ਼ ਰਾਤ ਨੂੰ YouTube ਤੋਂ ਰਿਲੀਜ਼ ਹੁੰਦੀ ਹੈ। ਆਓ ਸ਼ੁਰੂ ਕਰਦੇ ਹਾਂ ਅੱਜ ਦਾ Q&A। ਸਭ ਤੋਂ ਪਹਿਲਾ ਕਮੈਂਟ ਹੈ ਜੀ ਨਿਸ਼ਾਨ ਸਿੰਘ ਦਾ। ਲਿਖਦੇ ਨੇ, ਸਰ ਜੀ ਨਿਊਜ਼ੀਲੈਂਡ ਲਈ ਗੈਪ ਕਿੰਨੇ ਸਾਲ ਦਾ ਐਕਸੈਪਟ ਹੈ ਸਟੱਡੀ ਦੇ ਵਿੱਚ? ਇਹਨਾਂ ਦਾ ਜਿਹੜਾ ਸਵਾਲ ਹੈਗਾ ਉਹ ਸਟੱਡੀ ਵੀਜ਼ੇ ਨੂੰ ਲੈ ਕੇ ਹੈ। ਇਹ ਪੁੱਛਦੇ ਨੇ ਕਿ ਕਿੰਨੇ ਸਾਲ ਦਾ ਗੈਪ ਜਿਹੜਾ ਹੈਗਾ ਜੀ ਉਹ ਐਕਸੈਪਟ ਕਰ ਲੈਂਦੀ ਹੈ ਐਮਬੈਸੀ। ਦੇਖੋ ਨਿਊਜ਼ੀਲੈਂਡ ਦੀ ਜੇ ਆਪਾਂ ਗੱਲ ਕਰੀਏ ਤਾਂ ਵੱਧ ਤੋਂ ਵੱਧ 2 ਸਾਲ ਤੱਕ ਦਾ ਗੈਪ ਜਿਹੜਾ ਹੈਗਾ ਉਹ ਐਕਸੈਪਟੇਬਲ ਹੋ ਜਾਂਦਾ ਹੈ। ਇਸ ਤੋਂ ਜ਼ਿਆਦਾ ਗੈਪ ਜਿਹੜਾ ਉਹ ਨਹੀਂ ਚੱਲਦਾ, ਐਮਬੈਸੀ ਨਹੀਂ ਮੰਨਦੀ। ਜੇ ਤੁਹਾਡਾ ਸਟੱਡੀ 'ਚ ਜ਼ਿਆਦਾ ਗੈਪ ਹੋ ਗਿਆ ਔਰ ਤੁਸੀਂ ਗ੍ਰੈਜੂਏਸ਼ਨ ਹੈਗੀ ਹੈ, ਫਿਰ ਤੁਸੀਂ ਐਕਸਪੀਰੀਅੰਸ ਦੇ ਨਾਲ UK ਵੀਜ਼ਾ ਤਾਂ ਲੈ ਸਕਦੇ ਹੋ, ਬਟ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਜ਼ਿਆਦਾ ਗੈਪ ਨੂੰ ਵੀਜ਼ਾ ਜਿਹੜਾ ਹੈਗਾ ਉਹ ਨਹੀਂ ਦਿੰਦਾ। ਅਗਲਾ ਕਮੈਂਟ ਹੈ ਜੀ ਬੌਬੀ ਸੈਣੀ ਦਾ। ਲਿਖਦੇ ਨੇ, USA ਟੂਰਿਸਟ ਵੀਜ਼ਾ ਲਈ ਕੀ ਰਿਕੁਆਇਰਮੈਂਟਸ ਹੁੰਦੀਆਂ ਨੇ? ਬ੍ਰਦਰ UK ਟੂਰਿਸਟ ਵੀਜ਼ਾ ਲਈ ਤੁਹਾਡੀ ਜਿਹੜੀ ਕਮਿਊਨੀਕੇਸ਼ਨ ਸਕਿੱਲ ਹੈਗੀ ਹੈ ਨਾ ਉਹ ਬਹੁਤ ਵਧੀਆ ਹੋਣੀ ਚਾਹੀਦੀ ਹੈਗੀ ਹੈ। USA ਵੀਜ਼ਾ ਲਈ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਕੰਟਰੀ ਲਈ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਪੇਪਰ ਦਿਖਾਉਣ ਦੀ ਜ਼ਰੂਰਤ ਨਹੀਂ ਹੁੰਦੀ। ਜੇ ਆਪਾਂ ਹੋਰ ਕੰਟਰੀਆਂ ਦੀ ਗੱਲ ਕਰਦੇ ਹਾਂ ਜਿਵੇਂ ਕਿ ਕੈਨੇਡਾ, UK, ਆਸਟ੍ਰੇਲੀਆ, ਨਿਊਜ਼ੀਲੈਂਡ, ਇੱਥੇ ਆਪਣੀ ਇੱਕ ਪੇਪਰ ਫਾਈਲ ਬਣ ਕੇ ਜਾਂਦੀ ਹੈ। ਫਾਈਲ ਦੇ ਵਿੱਚ ਯਾਨੀ ਕਿ ਤੁਹਾਡੇ ਪੇਪਰ ਸਕੈਨ ਹੁੰਦੇ ਨੇ ਜਿਹਦੇ ਵਿੱਚ ਤੁਹਾਡੀ ITR, ਤੁਹਾਡੀ ਬੈਂਕ ਸਟੇਟਮੈਂਟ, ਬੈਂਕ ਬੈਲੈਂਸ, ਇਹ ਸਾਰੀਆਂ ਚੀਜ਼ਾਂ ਐਪਲੀਕੇਸ਼ਨ ਦੇ ਨਾਲ ਲੱਗਦੀਆਂ ਨੇ। ਬਟ USA ਇਸ ਤਰ੍ਹਾਂ ਦਾ ਕੰਟਰੀ ਹੈ ਜਿਹੜਾ ਐਪਲੀਕੇਸ਼ਨ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਡਾਕੂਮੈਂਟ ਨਹੀਂ ਮੰਗਦਾ। ਇਹਦਾ ਸਿਸਟਮ ਕੀ ਹੁੰਦਾ ਹੈ, ਆਪਾਂ ਨੂੰ ਸਭ ਤੋਂ ਪਹਿਲਾਂ ਆਨਲਾਈਨ ਐਪਲੀਕੇਸ਼ਨ ਪਾਣੀ ਪੈਂਦੀ ਹੈ ਜਿਹਨੂੰ ਆਪਾਂ DS-160 ਫਾਰਮ ਕਹਿੰਦੇ ਹਾਂ। ਜਦੋਂ ਆਪਾਂ USA ਦਾ ਵੀਜ਼ਾ ਅਪਲਾਈ ਕਰਦੇ ਹਾਂ ਤਾਂ ਆਪਾਂ ਨੂੰ ਸਭ ਤੋਂ ਪਹਿਲਾਂ ਆਨਲਾਈਨ ਜਾ ਕੇ DS-160 ਫਾਰਮ ਫਿਲ ਕਰਨਾ ਪੈਂਦਾ ਹੈ। ਉਹ ਫਾਰਮ ਦੇ ਵਿੱਚ ਤੁਹਾਡੀ ਪੂਰੀ ਡਿਟੇਲ ਆ ਜਾਂਦੀ ਹੈ, ਤੁਸੀਂ ਕੀ ਕਰਦੇ ਹੋ, ਤੁਹਾਡਾ ਕੰਮਕਾਰ ਕੀ ਹੈਗਾ, ਤੁਹਾਡੇ ਮਾਂ ਪਿਓ ਦਾ ਨਾਂ, ਤੁਹਾਡੇ ਕੰਮ ਦੀ ਡਿਟੇਲ, ਤੁਹਾਨੂੰ ਕੰਮ ਤੋਂ ਹੋਣ ਲਈ ਇਨਕਮ ਕਿੰਨੀ ਹੈ, ਠੀਕ ਹੈ ਜੀ, ਔਰ ਤੁਸੀਂ ਕਿੱਥੇ ਜਾ ਰਹੇ ਹੋ, ਕਿੱਥੇ ਰੁਕੋਗੇ, ਇਸ ਤਰ੍ਹਾਂ ਦੀ ਡਿਟੇਲ ਨਾਲ ਤੁਸੀਂ ਫਾਰਮ ਭਰਨਾ ਹੈ। ਪਰ ਪੇਪਰ ਨਾਲ ਕੋਈ ਅਟੈਚ ਨਹੀਂ ਹੁੰਦਾ। ਤੁਹਾਡੀ ਇੰਟਰਵਿਊ ਹੁੰਦੀ ਹੈਗੀ ਹੈ। ਜੇਕਰ ਤੁਸੀਂ ਵਧੀਆ ਤਰੀਕੇ ਨਾਲ ਇੰਟਰਵਿਊ ਦੇ ਦਿੰਦੇ ਹੋ, ਤੁਸੀਂ ਵੀਜ਼ਾ ਆਫਿਸਰ ਨੂੰ ਕਨਵਿੰਸ ਕਰ ਲੈਂਦੇ ਹੋ ਤਾਂ ਤੁਹਾਨੂੰ ਵੀਜ਼ਾ ਮਿਲ ਜਾਂਦਾ ਹੈ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਟੂਰਿਸਟ ਵੀਜ਼ਾ ਲਈ ਤੁਸੀਂ ਹਿੰਦੀ, ਪੰਜਾਬੀ ਜਾਂ ਕਿਸੇ ਹੋਰ ਇੰਡੀਅਨ ਲੈਂਗੁਏਜ ਦੇ ਵਿੱਚ ਵੀ ਇੰਟਰਵਿਊ ਜਿਹੜੀ ਹੈਗੀ ਹੈ ਉਹ ਦੇ ਸਕਦੇ ਹੋ। ਇਸ ਕਰਕੇ ਮੈਂ ਅਕਸਰ ਇਹ ਚੀਜ਼ ਕਹਿੰਦਾ ਹੁੰਦਾ ਕਿ ਹੋਰਾਂ ਕੰਟਰੀਆਂ ਨਾਲੋਂ USA ਦਾ ਵੀਜ਼ਾ ਈਜ਼ੀ ਹੁੰਦਾ ਹੈ ਕਿਉਂਕਿ ਇਹਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਡਾਕੂਮੈਂਟ ਦੇਣ ਦੀ ਜ਼ਰੂਰਤ ਨਹੀਂ ਪੈਂਦੀ। ਜੇਕਰ ਤੁਸੀਂ ਇੰਟਰਵਿਊ ਦੀ ਪ੍ਰੋਪਰ ਤਿਆਰੀ ਕਰਕੇ ਜਾਂਦੇ ਹੋ ਤਾਂ ਵੀਜ਼ਾ ਜਿਹੜਾ ਹੈਗਾ ਉਹ ਤੁਹਾਨੂੰ ਮਿਲ ਜਾਂਦਾ ਹੈ। ਸੋ ਕੋਈ ਦਿੱਕਤ ਵਾਲੀ ਗੱਲ ਨਹੀਂ, ਨਾਰਮਲ ਬੰਦਾ ਵੀ USA ਦਾ ਵੀਜ਼ਾ ਲੈ ਸਕਦਾ ਹੈ। अगला कमेंट है जी मिस्टर वीर ਦਾ। लिखते हैं, सर फ्रेश पासपोर्ट से UK का टूरिस्ट वीज़ा लग जाएगा? IELTS नहीं की हुई है, प्रॉपर्टी भी कम है, फंड शो करवाए हैं, एज 22 ईयर है, सर हो जाएगा क्या? बताइए प्लीज़। देखिए जो UK का वीज़ा ना वो टोटली आपकी फाइनेंशियल पे डिपेंड करता है। फाइनेंशियल मीन्स आपकी जो लेन देन है वो किस तरह का है, आपका फाइनेंस किस तरह का है। जो UK एम्बेसी है वो अक्सर उस बंदे को वीज़ा दे देती है जिसका फाइनेंशियल बहुत अच्छा है, यानी कि जिसकी ट्रांजैक्शन अच्छी नहीं। देखो हर एक कंट्री का वीज़ा देने का एक अपना तरीका होता है। कोई कंट्री आपकी किसी चीज़ पे ध्यान केंद्रित करती है और कोई किसी चीज़ पे। जैसे कनाडा है, कनाडा आपके फैमिली टाइज देखता है, कनाडा आपका एम्प्लॉयमेंट प्रोस्पेक्ट देखता है, कनाडा आपका पर्पस ऑफ विजिट देखता है। जबकि UK में जो है UK सिर्फ और सिर्फ आपका फाइनेंशियल देखता है। यदि आपका फाइनेंशियल अच्छा है तो आपको वीज़ा मिल जाता है। फाइनेंशियल मीन्स आपकी ITR और आपकी बैंक स्टेटमेंट, और ज़्यादा जो एम्बेसी का फोकस रहता है वो आपकी बैंक स्टेटमेंट पे रहता है। यदि आप UK जाना चाहते हैं तो मिनिमम 3 से 4 महीने की अच्छी बैंक स्टेटमेंट बना लीजिए ट्रांजैक्शन के साथ। ये नहीं कि आपने बैलेंस डलवा देना है, प्रॉपर ट्रांजैक्शन हो जिससे ये चीज़ साबित होती हो कि आपकी जो एक इनकम है वो अच्छे तरीके से इनकम आ रही है और आप उसको प्रॉपर यूटिलाइज कर रहे हो। यानी कि जो भी आपने इनकम के तौर पे पैसा लेना है वो अकाउंट में ही लेना है और किसी को देना है वो अकाउंट से देना है ताकि बड़ी ट्रांजैक्शंस हो सके, लंबी स्टेटमेंट बन सके। यदि आप ये चीज़ कर सकते हैं तो आप UK का वीज़ा है वो ले सकते हैं क्योंकि UK का वीज़ा बैंक स्टेटमेंट के बेस पे मिल जाता है। अगला कमेंट है जी BJ फैन। लिखते हैं, सर बलजिंदर सिंह बात कर रहा हूँ, मैंने केप्स नोट डाले
3 मंथ हो गए अभी तक मेरे केप्स नोट नहीं आए, क्या हो सकता है? ब्रदर, केप्स नोट में बाकी अभी जो है वो टाइम लग रहा है। पहले क्या होता था कि विद इन मंथ 30 to 40 डेज में आपके जो केप्स नोट वो आ जाते थे, पर आज की डेट में 6 to 7 मंथ भी एम्बेसी जो है वो ले लेती है केप्स में। तो इसलिए थोड़ी वेट कीजिए, क्योंकि टाइम आप अकेले नहीं है जिनके केप्स को एम्बेसी टाइम लगा रही है। सभी केसेस में ऐसा हो रहा है कि एम्बेसी जो है वो टाइम लेके चल रही है। तो जिसने भी केप्स डालने हैं वो इस चीज का ध्यान रखे कि आज की डेट में एक आधे महीने में जो केप्स नोट वो नहीं आ रहे हैं उसमें टाइम लग रहा है। अगला कमेंट है जी, मोहिन उदयंदा लिखते हैं, सर VBL आया है लेकिन PPR नहीं आया। सर 18 डेज हो गए हैं, VBL आए, मुझे कनाडा विजिटर वीज़ा फ्रॉम दुबई, एप्लीकेशन स्टेटस ट्रैकर में विजिटर वीज़ा डॉक्यूमेंट नंबर शो हुआ है, लेकिन PPR कब तक आएगा? ब्रदर, PPR में मैक्सिमम जो टाइम है वो 40 डेज का है। 40 डेज के अंदर अंदर आपका डिसीजन जो है वो आ जाता है। अभी आप खुद ही बोल रहे हो कि आपको 18 डेज हुए हैं, 18 दिन हुए हैं, तो 40 दिन का समय हम जैसे हमारे हिसाब से जो अभी प्रोसेसिंग टाइम चल रहा है तो 40 दिन में जो है वो निकल जाता है, रिजल्ट जैसा भी है आपका। तो अभी आपके केस में थोड़ा टाइम लगेगा, इसलिए थोड़ी वेट कर लीजिए क्योंकि अभी ज़्यादा टाइम नहीं हुए। अगला कमेंट है जी, रिंकू राजपूत लिखते हैं, सर ਕਿਸੇ ਦਾ CA ਰਿਪੋर्ट ਤੋਂ ਬਿਨਾਂ ਵੀ ਕੈਨੇਡਾ ਦਾ ਵੀਜ਼ਾ ਆਇਆ ਅੱਜ ਤੱਕ? ਬਹੁਤ ਲੋਕ ਨੇ ਜੀ, ਜਿਹੜੀ CA ਦੀ ਰਿਪੋर्ट ਹੈ ਨਾ, ਇਹ ਕੋਈ ਮੈਂਡੇਟਰੀ ਡਾਕੂਮੈਂਟ ਨਹੀਂ ਹੈਗਾ ਕਿ ਤੁਸੀਂ ਲਾਣੀ ਹੀ ਲਾਣੀ ਹੈ। ਜੇ ਤੁਹਾਡੀ ਉੱਦਾਂ ਪ੍ਰੋਫਾਈਲ ਅੱਛੀ ਹੈ ਤਾਂ CA ਦੀ ਰਿਪੋर्ट ਦੀ ਜ਼ਰੂਰਤ ਨਹੀਂ ਹੁੰਦੀ। CA ਦੀ ਰਿਪੋर्ट ਇੱਕ ਤੁਹਾਡਾ ਐਕਸਟਰਾ ਡਾਕੂਮੈਂਟ ਹੈ ਤੁਹਾਡੀ ਪ੍ਰੋਫਾਈਲ ਨੂੰ ਅੱਛਾ ਬਣਾਉਣ ਲਈ। ਦੇਖੋ, ਜਦੋਂ ਜਿੰਨੇ ਆਪਾਂ ਵਧੀਆ ਡਾਕੂਮੈਂਟਸ ਦਿਖਾ ਦਾਂਗੇ ਉਨੇ ਕੁ ਆਪਣੇ ਚਾਂਸਸ ਜਿਹੜੇ ਵੀਜ਼ਾ ਦੇ ਉਹ ਜ਼ਿਆਦਾ ਬਣ ਜਾਂਦੇ ਨੇ। CA ਦੀ ਰਿਪੋर्ट ਨਾਲ ਕੀ ਹੁੰਦਾ ਹੈ ਕਿ ਤੁਹਾਡਾ ਪੋਰਟਫੋਲੀਓ ਤੁਹਾਡਾ ਵੱਡਾ ਹੋ ਜਾਂਦਾ ਹੈ, ਪਰ CA ਦੀ ਰਿਪੋर्ट ਨਾ ਆਉਣ ਨਾਲ ਇਹ ਮਤਲਬ ਨਹੀਂ ਕਿ ਤੁਹਾਡਾ ਵੀਜ਼ਾ ਰਿਜੈਕਟ ਹੋ ਜਾਏਗਾ। ਹੁਣ ਕਿੰਨੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਜਿਨ੍ਹਾਂ ਕੋਲ ਪ੍ਰੋਪਰਟੀ ਨਹੀਂ ਹੁੰਦੀ, ਕਿਰਾਏ ਦੇ ਮਕਾਨਾਂ ਤੇ ਰਹਿੰਦੇ ਨੇ, ਜ਼ਮੀਨ ਜਾਇਦਾਦ ਨਹੀਂ ਹੁੰਦੀ, ਉਹਨਾਂ ਦੇ ਕਿਹੜਾ ਵੀਜ਼ੇ ਨਹੀਂ ਆਉਂਦੇ, ਵੀਜ਼ਾ ਆ ਜਾਂਦਾ ਹੈਗਾ। ਸੋ ਇਹ ਵਰੀ ਨਹੀਂ ਕਰਨਾ ਚਾਹੀਦਾ ਕਿ ਸਾਡੀ CA ਰਿਪੋर्ट ਨਹੀਂ ਹੈ ਤੇ ਸਾਡਾ ਵੀਜ਼ਾ ਨਹੀਂ ਆਣਾ। ਇਸ ਤਰ੍ਹਾਂ ਦਾ ਕੁਝ ਨਹੀਂ ਹੈ। CA ਦੀ ਰਿਪੋर्ट ਤੋਂ ਬਿਨਾਂ ਵੀ ਵੀਜ਼ਾ ਜਿਹੜਾ ਹੈਗਾ ਉਹ ਆ ਜਾਂਦਾ ਹੈ। ਅਗਲਾ ਕਮੈਂਟ ਹੈ ਜੀ, ਕਮਲਜੀਤ ਕੌਰ ਬੈਦਵਾਨ ਦਾ ਲਿਖਦੇ ਨੇ, ਸਤਿ ਸ਼੍ਰੀ ਅਕਾਲ ਸਰ। ਸਰ ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਜੇ ਕੈਨੇਡਾ ਵੀਜ਼ਾ ਆ ਜਾਂਦਾ ਹੈ ਤਾਂ ਕੈਨੇਡਾ ਜਾ ਕੇ ਅਸੀਂ ਕੰਮ ਕਰ ਸਕਦੇ ਹੈਗੇ ਹਾਂ? ਦੇਖੋ, ਜੇਕਰ ਤੁਸੀਂ ਟੂਰਿਸਟ, ਆਈ ਥਿੰਕ ਤੁਸੀਂ ਟੂਰਿਸਟ ਵੀਜ਼ਾ ਦੀ ਗੱਲ ਕਰ ਰਹੇ ਹੋ, ਜੇਕਰ ਤੁਸੀਂ ਟੂਰਿਸਟ ਵੀਜ਼ੇ ਦੀ ਗੱਲ ਕਰ ਰਹੇ ਹੋ ਔਰ ਟੂਰਿਸਟ ਵੀਜ਼ਾ ਬਾਰੇ ਪੁੱਛ ਰਹੇ ਹੋ ਤਾਂ ਤੁਸੀਂ ਟੂਰਿਸਟ ਵੀਜ਼ੇ ਤੇ ਜਾ ਕੇ ਲੀਗਲੀ ਤੌਰ ਤੇ ਕੰਮ ਨਹੀਂ ਕਰ ਸਕਦੇ। ਹਾਂ, ਲੋਕ ਲੁਕ ਛਿਪ ਕੇ ਕੈਸ਼ ਤੇ ਜੁਗਾੜਬਾਜੀ ਕਰਕੇ ਕੰਮ ਕਰ ਲੈਂਦੇ ਨੇ, ਪਰ ਖੁੱਲੇ ਤੌਰ ਤੇ ਲੀਗਲੀ ਤੁਸੀਂ ਟੂਰਿਸਟ ਵੀਜ਼ੇ ਤੇ ਕੰਮ ਨਹੀਂ ਕਰ ਸਕਦੇ। ਹਾਂ, ਇਹਦੀ ਆਪਸ਼ਨਸ ਹੁੰਦੀ ਹੈ ਕਿ ਤੁਸੀਂ ਆਪਦੇ ਟੂਰਿਸਟ ਵੀਜ਼ੇ ਨੂੰ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਵਾ ਸਕਦੇ ਹੋ। ਹੁਣ ਵਰਕ ਪਰਮਿਟ ਕਨਵਰਟ ਕਿਵੇਂ ਹੁੰਦਾ ਟੂਰਿਸਟ ਵੀਜ਼ੇ ਤੋਂ? ਜੇਕਰ ਤੁਹਾਡੇ ਕੋਲ ਕਿਸੇ ਵੀ ਐਮਪਲਾਇਰ ਵੱਲੋਂ, ਜਿਹੜਾ ਕੋਈ ਕੈਨੇਡਾ ਦੇ ਵਿੱਚ ਐਮਪਲਾਇਰ ਹੈਗਾ, ਉਹ ਤੁਹਾਨੂੰ ਜੌਬ ਆਫਰ ਦੇਵੇ, ਯਾਨੀ ਕਿ LMIA ਦੇਵੇ, ਤਾਂ ਤੁਸੀਂ ਆਪਦਾ ਟੂਰਿਸਟ ਵੀਜ਼ਾ ਵਰਕ ਪਰਮਿਟ ਦੇ ਵਿੱਚ ਕਨਵਰਟ ਜਿਹੜਾ ਹੈਗਾ ਉਹ ਕਰਵਾ ਸਕਦੇ ਹੋ। ਬਹੁਤ ਸਾਰੇ ਲੋਕ ਨੇ ਜਿਹੜੇ ਕੈਨੇਡਾ ਜਾ ਕੇ ਆਪਦੇ ਟੂਰਿਸਟ ਵੀਜ਼ੇ ਨੂੰ ਵਰਕ ਪਰਮਿਟ 'ਚ ਕਨਵਰਟ ਕਰਵਾ ਲੈਂਦੇ ਨੇ ਤੇ ਕੰਮ ਕਰ ਲੈਂਦੇ ਨੇ, ਕਿਉਂਕਿ ਜਦੋਂ ਇੱਕ ਵਾਰੀ ਵਰਕ ਪਰਮਿਟ ਤੁਸੀਂ ਚਲੇ ਗਏ ਫਿਰ ਤੁਸੀਂ ਲੀਗਲੀ ਜਿਹੜਾ ਹੈਗਾ ਆਪਦਾ ਕੰਮ ਕਰ ਸਕਦੇ ਹੈਗੇ ਹੋ। ਔਰ ਤੁਹਾਡਾ ਫਿਰ ਜਿਹੜਾ ਪ੍ਰੋਸੈਸ ਹੈਗਾ, ਪਹਿਲਾਂ ਵਰਕ ਪਰਮਿਟ, ਫਿਰ ਵਰਕ ਪਰਮਿਟ ਟੂ PR, ਇਹ ਅੱਗੇ ਚੱਲਦਾ ਰਹਿੰਦਾ ਹੈਗਾ। ਸੋ ਜਿਸ ਕਿਸੇ ਕੋਲ ਵੀ ਟੂਰਿਸਟ ਵੀਜ਼ਾ ਹੈ ਉਹ ਅੱਗੇ ਜਾ ਕੇ ਆਪਦਾ ਟੂਰਿਸਟ ਨੂੰ ਕਨਵਰਟ ਕਰ ਸਕਦਾ ਹੈਗਾ ਜੀ। ਅਗਲਾ ਕਮੈਂਟ ਹੈ ਜੀ ਦਵਿੰਦਰ ਸਿੰਘ ਦਾ। ਦਵਿੰਦਰ ਸਿੰਘ ਲਿਖਦੇ ਨੇ ਜੀ, ਨਿਊਜ਼ੀਲੈਂਡ ਜੇ ਵੀਜ਼ਾ ਆ ਜਾਵੇ, ਨਿਊਜ਼ੀਲੈਂਡ ਜਾ ਕੇ ਅਸੀਂ ਕੀ ਕੈਨੇਡਾ ਦਾ ਵੀਜ਼ਾ ਅਪਲਾਈ ਕਰ ਸਕਦੇ ਹਾਂ? ਬਿਲਕੁਲ ਕਰ ਸਕਦੇ ਹੋ। ਤੁਸੀਂ ਕਿਸੇ ਵੀ ਕੰਟਰੀ 'ਚ ਹੈਗੇ ਹੋ, ਕਿਸੇ ਵੀ ਵੀਜ਼ੇ ਤੇ ਹੈਗੇ ਹੋ, ਤੁਹਾਡਾ ਜਿਹੜਾ ਸਟੇਟਸ ਹੈ ਉਹ ਲੀਗਲ ਹੋਣਾ ਚਾਹੀਦਾ ਹੈਗਾ। ਜੇਕਰ ਤੁਸੀਂ ਕਿਸੇ ਵੀ ਕੰਟਰੀ 'ਚ ਗਏ ਹੋ, ਤੁਹਾਡੇ ਕੋਲ ਟੂਰਿਸਟ ਵੀਜ਼ਾ, ਉੱਥੋਂ ਅੱਗੇ ਤੁਸੀਂ ਕਿਸੇ ਵੀ ਕੰਟਰੀ ਦਾ ਜਿਹੜਾ ਵੀਜ਼ਾ ਹੈਗਾ ਉਹ ਅਪਲਾਈ ਕਰ ਸਕਦੇ ਹੋ, ਬਸ਼ਰਤੇ ਤੁਹਾਡੇ ਕੋਲ ਪੇਪਰ ਹੋਣ, ਯਾਨੀ ਕਿ ਤੁਹਾਡੇ ਕੋਲ ਬੈਂਕ ਸਟੇਟਮੈਂਟ ਹੋਵੇ, ਤੁਹਾਡਾ ਇਨਕਮ ਦਾ ਸਾਧਨ ਹੋਵੇ, ITR ਹੋਵੇ, ਔਰ ਤੁਹਾਡੀ ਪ੍ਰੋਪਰਟੀ ਦੀ ਵੈਲਿਊਏਸ਼ਨ, ਪਾਸਪੋਰਟ ਦੀ ਕਾਪੀ, ਫੋਟੋ ਤੇ ਫੈਮਿਲੀ ਦੀ ਡਿਟੇਲ। ਜੇਕਰ ਤੁਸੀਂ ਪੇਪਰ ਪ੍ਰੋਵਾਈਡ ਕਰਾ ਸਕਦੇ ਹੋ ਤਾਂ ਤੁਸੀਂ ਕਿਸੇ ਵੀ ਕੰਟਰੀ ਤੋਂ ਅੱਗੇ ਕਿਸੇ ਵੱਡੀ ਕੰਟਰੀ ਦਾ ਵੀਜ਼ਾ ਜਿਹੜਾ ਅਪਲਾਈ ਕਰ ਸਕਦੇ ਹੋ। ਸੋ ਦੋਸਤੋ, ਇਹ ਸੀਗੇ ਤੁਹਾਡੇ ਅੱਜ ਦੇ ਸਵਾਲ, ਤੁਹਾਡੇ ਕਮੈਂਟ ਤੇ ਮੇਰੇ ਜਵਾਬ। ਉਮੀਦ ਕਰਦਾ ਵਧੀਆ ਲੱਗੇ ਹੋਣਗੇ। ਜੇਕਰ ਇਸ ਤਰ੍ਹਾਂ ਦੀਆਂ ਵੀਡੀਓਜ਼ ਤੁਸੀਂ ਹੋਰ ਦੇਖਣਾ ਚਾਹੁੰਦੇ ਹੋ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ, ਬੈਲ ਦਾ ਬਟਨ ਦਬਾਓ ਤਾਂ ਕਿ ਆਉਣ ਵਾਲੀ ਹਰੇਕ ਵੀਡੀਓ ਸਭ ਤੋਂ ਤੁਹਾਨੂੰ ਮਿਲ ਸਕੇ। ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਆਪਦਾ ਕੇਸ ਡਿਸਕਸ ਕਰਨਾ ਚਾਹੁੰਦੇ ਹੋ, ਕੇਸ ਅਪਲਾਈ ਕਰਨਾ ਚਾਹੁੰਦੇ ਹੋ, ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰ ਸਕਦੇ ਹੋ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।